ਕਾਹਦਾ ਮਾਣ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ। ਆ ਸਾਹ ਜੋ ਲੈਣਾ ਤੂੰ ਬਾਵਿਆ, ਉਹਨੇ ਦਿੱਤੇ ਉਧਾਰੇ ਨੇ। ਜਦ ਉਹਨੇ ਤੈਨੂੰ ਬੁਲਾਉਣਾ, ਬਿਨ ਬੋਲੇ ਤੂੰ ਤੁਰ ਜਾਣਾ। ਇਕੱਲੇ ਹੋਣਾ ਪਊ ਰਵਾਨਾ, ਤੇਰੇ ਨਾਲ ਪੈਸਾ ਨਹੀਂ ਜਾਣਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਮਹਿੰਦਰਗੜ੍ਹ ਨਾਮ ਦੇ ਰਾਜ ਵਿੱਚ ਮਹਿੰਦਰ ਸਿੰਘ ਨਾਮ ਦਾ ਰਾਜਾ ਹੋਇਆ ਕਰਦਾ ਸੀ। ਉਹ ਬਹੁਤ ਹੀ ਅਕੜੂ, ਘਮੰਡੀ ਤੇ ਬਦਦਿਮਾਗ ਸੀ। ਉਹ ਆਪਣੇ ਅੱਗੇ ਕਿਸੇ ਨੂੰ ਵੀ ਕੁਝ ਨਹੀਂ ਸਮਝਦਾ ਸੀ ਤੇ ਉਸਦੇ ਖਿਲਾਫ ਬੋਲਣ ਵਾਲੇ ਨੂੰ ਉਹ ਕੜੀ ਤੋਂ ਕੜੀ ਸਜ਼ਾ ਦਿੰਦਾ ਸੀ ਤੇ ਉਹ ਥੋੜਾ ਸੰਕੀ ਵੀ ਸੀ। ਇੱਕ ਵਾਰ ਉਸਦੇ ਦਿਮਾਗ ਵਿੱਚ ਆਇਆ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਤਾਂ ਜਾਣਾ, ਉਹ ਮੇਰੇ ਬਾਰੇ ਕੀ ਸੋਚਦੇ ਹਨ। ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਸ਼ੀਲਾ ਤੇ 6 ਬੇਟੀਆਂ ਸਨ। ਸਭ ਤੋਂ ਪਹਿਲਾਂ ਰਾਜਾ ਆਪਣੀ ਪਤਨੀ ਸ਼ੀਲਾ ਦੇ ਕੋਲ ਗਿਆ ਤੇ ਪੁੱਛਣ ਲੱਗਾ, ਮੇਰੀ ਪ੍ਰਿਯ ਪਤਨੀ, ਅਸੀਂ ਕਈ ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ। ਤੂੰ ਜਦੋਂ ਜੋ ਕੁਝ ਵੀ ਮੰਗਿਆ ਮੈਂ ਤੈਨੂੰ ਲਿਆ ਕੇ ਦਿੱਤਾ, ਤਾਂ ਜ਼ਰਾ ਦੱਸ ਤੂੰ ਇਹ ਸਭ ਸੁੱਖ ਸੁਵਿਧਾਵਾਂ ਕਿਸ ਦੇ ਕਾਰਨ ਭੋਗ ਰਹੀ ਹੈ? ਤੂੰ ਕਿਸ ਦੀ ਕਿਸਮਤ ਖਾ ਰਹੀ ਹੈ? ਤਾਂ ਸ਼ੀਲਾ ਨੇ ਆਪਣੇ ਪਤੀ ਨੂੰ ਕਿਹਾ ਕਿ ਤੁਹਾਡੇ ਕਾਰਨ ਹੀ ਮੈਂ ਸਭ ਸੁੱਖ ਸੁਵਿਧਾਵਾਂ ਭੋਗ ਰਹੀ ਹਾਂ। ਜੇ ਤੁਸੀਂ ਨਾ ਹੁੰਦੇ ਤਾਂ ਮੈਂ ਇਸ ਰਾਜ ਦੀ ਰਾਣੀ ਨਾ ਬਣਦੀ, ਤੇ ਜੇ ਰਾਣੀ ਨਾ ਬਣਦੀ ਤਾਂ ਇਹ ਸੁੱਖ ਸੁਵਿਧਾਵਾਂ ਮੈਨੂੰ ਕਦੇ ਨਾ ਮਿਲਦੀਆਂ। ਤੁਸੀਂ ਹੀ ਮੇਰੀ ਕਿਸਮਤ ਹੋ ਤੇ ਤੁਸੀਂ ਹੀ ਮੇਰੇ ਭਗਵਾਨ ਹੋ। ਰਾਣੀ ਦੀ ਗੱਲ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਤੂੰ ਬਿਲਕੁਲ ਸਹੀ ਕਹਿ ਰਹੀ ਹੈ, ਤੂੰ ਦੁਨੀਆ ਦੀ ਸਭ ਤੋਂ ਅਕਲਮੰਦ ਔਰਤ ਹੈ। ਤੇ ਫਿਰ ਇਸ ਤੋਂ ਬਾਅਦ ਰਾਜੇ ਨੇ ਆਪਣੀਆਂ ਬੇਟੀਆਂ ਨੂੰ ਵਾਰੀ-ਵਾਰੀ ਬੁਲਾਇਆ ਤੇ ਇਹੀ ਸਵਾਲ ਪੁੱਛਿਆ। ਵੱਡੀਆਂ 5 ਰਾਜਕੁਮਾਰੀਆਂ ਨੇ ਤਾਂ ਬਿਲਕੁਲ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਿਸ ਤਰ੍ਹਾਂ ਦਾ ਮਹਿੰਦਰ ਸਿੰਘ ਚਾਹੁੰਦਾ ਸੀ। ਪਰ ਸਭ ਤੋਂ ਛੋਟੀ ਰਾਜਕੁਮਾਰੀ ਪਲਕ ਨੇ ਕਿਹਾ ਕਿ ਪਿਤਾ ਜੀ, ਸਭ ਦੀ ਕਿਸਮਤ ਲਿਖਣ ਵਾਲਾ ਉਹ ਅਕਾਲ ਪੁਰਖ ਹੈ। ਉਸਨੇ ਹੀ ਮੇਰੀ ਕਿਸਮਤ ਵਿੱਚ ਇਹ ਸੁੱਖ ਲਿਖਿਆ ਹੈ। ਉਸਦੇ ਲਿਖੇ ਅਨੁਸਾਰ ਹੀ ਮੈਂ ਤੁਹਾਡੇ ਘਰ ਬੇਟੀ ਦੇ ਰੂਪ ਵਿੱਚ ਜਨਮ ਲਿਆ ਹੈ। ਮੈਨੂੰ ਮੇਰੀ ਕਿਸਮਤ ਦੇ ਕਾਰਨ ਹੀ ਇਹ ਸਭ ਸੁੱਖ ਸੁਵਿਧਾਵਾਂ ਮਿਲੀਆਂ ਹਨ। ਰਾਜਕੁਮਾਰੀ ਪਲਕ ਦੇ ਜਵਾਬ ਦੇ ਨਾਲ ਰਾਜਾ ਕ੍ਰੋਧਿਤ ਹੋ ਗਿਆ। ਫਿਰ ਵੀ ਆਪਣੇ ਗੁੱਸੇ ਨੂੰ ਕਾਬੂ ਰੱਖਦਾ ਹੋਇਆ ਬੋਲਿਆ ਕਿ ਮੇਰੀ ਪਿਆਰੀ ਬੇਟੀ, ਲੱਗਦਾ ਹੈ ਤੂੰ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ। ਮੈਂ ਤੈਨੂੰ ਇਹ ਪੁੱਛ ਰਿਹਾ ਹਾਂ ਕਿ ਮੇਰੇ ਘਰ ਰਾਜ ਮਹਿਲ ਵਿੱਚ ਜੋ ਤੂੰ ਰੋਟੀਆਂ ਖਾਂਦੀ ਹੈ ਉਹ ਕਿਸ ਦੇ ਕਾਰਨ ਖਾਂਦੀ ਹੈ? ਕੌਣ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਰੋਟੀਆਂ ਤੇ ਪਕਵਾਨ ਖਵਾਉਂਦਾ ਹੈ? ਰਾਜਕੁਮਾਰੀ ਪਲਕ ਬੋਲੀ ਕਿ ਮੇਰੀ ਕਿਸਮਤ ਖਵਾਉਂਦੀ ਹੈ ਪਿਤਾ ਜੀ, ਜਿਸ ਨੇ ਮੈਨੂੰ ਤੁਹਾਡੀ ਬੇਟੀ ਦੇ ਰੂਪ ਵਿੱਚ ਜਨਮ ਦਿੱਤਾ ਹੈ। ਇਸ ਦੁਨੀਆ ਵਿੱਚ ਸਭ ਆਪਣੀ ਕਿਸਮਤ ਦਾ ਹੀ ਦਾਣਾ ਪਾਣੀ ਚੁੱਕਦੇ ਹਨ ਤੇ ਮੈਂ ਵੀ ਆਪਣੀ ਕਿਸਮਤ ਦਾ ਹੀ ਦਾਣਾ ਪਾਣੀ ਚੁੱਕ ਰਹੀ ਹਾਂ। ਇਹ ਜਵਾਬ ਸੁਣ ਕੇ ਰਾਜਾ ਬਿਲਕੁਲ ਪਾਗਲ ਹੋ ਗਿਆ। ਉਹ ਆਪਣਾ ਧੀਰਜ ਖੋ ਬੈਠਾ, ਉਸਦਾ ਹੰਕਾਰ ਜਾਗਿਆ। ਰਾਜਕੁਮਾਰੀ ਦੇ ਇਸ ਜਵਾਬ ਦੇ ਕਾਰਨ ਰਾਜੇ ਦੀ ਮੈਂ ਨੂੰ ਠੇਸ ਪਹੁੰਚੀ ਤੇ ਉਹ ਭੜਕ ਉੱਠਿਆ ਤੇ ਕੜਕ ਕੇ ਬੋਲਿਆ, ਕੀ ਕਿਹਾ ਤੂੰ? ਇਹ ਸਾਰੀਆਂ ਸੁੱਖ ਸੁਵਿਧਾਵਾਂ ਜੋ ਤੈਨੂੰ ਮਿਲ ਰਹੀਆਂ ਹਨ ਉਹ ਤੇਰੀ ਕਿਸਮਤ ਦੇ ਕਾਰਨ ਮਿਲ ਰਹੀਆਂ ਹਨ? ਮੂਰਖ ਲੜਕੀ, ਤੂੰ ਮੇਰੇ ਅਹਿਸਾਨ ਨੂੰ ਆਪਣੀ ਕਿਸਮਤ ਦੱਸ ਰਹੀ ਹੈ। ਜਾ ਨਿਕਲ ਜਾ ਮੇਰੇ ਘਰੋਂ, ਮੈਨੂੰ ਆਪਣੀ ਸ਼ਕਲ ਨਾ ਦਿਖਾਈ ਦੁਬਾਰ ਤੋਂ। ਰਾਜਕੁਮਾਰੀ ਪਲਕ ਆਪਣੇ ਪਿਤਾ ਦੇ ਪੈਰ ਫੜ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਪਿਤਾ ਜੀ, ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਤੁਹਾਡੀ ਬੇਟੀ ਹਾਂ, ਤੁਸੀਂ ਮੈਨੂੰ ਜਨਮ ਦਿੱਤਾ ਹੈ, ਤੁਸੀਂ ਮੇਰੇ ਜਨਮਦਾਤਾ ਹੋ। ਇਸ ਸੰਸਾਰ ਵਿੱਚ ਮੈਨੂੰ ਤਾਂ ਹੋਰ ਕੋਈ ਜਾਣਦਾ ਵੀ ਨਹੀਂ। ਜੇਕਰ ਤੁਸੀਂ ਮੈਨੂੰ ਠੁਕਰਾ ਦੇਵੋਗੇ ਤਾਂ ਮੈਂ ਕਿੱਧਰ ਜਾਵਾਂਗੀ? ਇੰਨੇ ਜ਼ਿਆਦਾ ਕਠੋਰ ਨਾ ਬਣੋ ਪਿਤਾ ਜੀ, ਮੈਨੂੰ ਮੇਰੇ ਘਰੋਂ ਨਾ ਕੱਢੋ। ਚੁੱਪ ਕਰ ਜਾ ਬਿਗੜੈਲ ਲੜਕੀ, ਰਾਜਾ ਮਹਿੰਦਰ ਸਿੰਘ ਦਹਾੜ ਕੇ ਬੋਲਿਆ। ਇਸ ਘਰ ਨੂੰ ਤੂੰ ਆਪਣਾ ਘਰ ਦੱਸ ਰਹੀ ਹੈ? ਇਹ ਤੇਰਾ ਨਹੀਂ, ਇਹ ਮੇਰਾ ਘਰ ਹੈ। ਉਸਨੇ ਧੱਕਾ ਮਾਰ ਕੇ ਪਲਕ ਨੂੰ ਪਾਸੇ ਕਰ ਦਿੱਤਾ ਤੇ ਦਾਸੀਆਂ ਨੂੰ ਬੁਲਾਇਆ ਤੇ ਉਹਨਾਂ ਦੇ ਆਉਣ ਤੇ ਇਹ ਹੁਕਮ ਦਿੱਤਾ ਕਿ ਪਲਕ ਦੇ ਸਰੀਰ ਤੋਂ ਰਾਜਸੀ ਵਸਤਰ ਤੇ ਗਹਿਣੇ ਉਤਾਰ ਲਏ ਜਾਣ ਤੇ ਉਸਨੂੰ ਕਿਸੇ ਦਾਸੀ ਦੇ ਮੈਲੇ ਕੁਚਲੇ ਕੱਪੜੇ ਪਹਿਨਾ ਦਿੱਤੇ ਜਾਣ। ਦਾਸੀਆਂ ਨੇ ਵੈਸਾ ਹੀ ਕੀਤਾ। ਪਲਕ ਨੂੰ ਦਾਸੀ ਦੇ ਕੱਪੜੇ ਪਹਿਨਾ ਕੇ ਰਾਜੇ ਦੇ ਸਾਹਮਣੇ ਲੈ ਆਈਆਂ। ਫਿਰ ਰਾਜੇ ਨੇ ਇੱਕ ਵਾਰ ਫਿਰ ਰਾਜਕੁਮਾਰੀ ਪਲਕ ਤੋਂ ਪੁੱਛਿਆ ਕਿ ਹੁਣ ਵੀ ਸੋਚ ਲੈ, ਮੈਨੂੰ ਸਹੀ ਸਹੀ ਜਵਾਬ ਦੇ ਦੇ ਕਿ ਕਿਸ ਦੇ ਕਾਰਨ ਤੂੰ ਇਹ ਸਭ ਸੁੱਖ ਭੋਗ ਰਹੀ ਹੈ? ਕਿਸ ਦੇ ਕਾਰਨ ਤੂੰ ਇਹ ਮਾਲ ਪਕਵਾਨ ਤੇ ਰੋਟੀ ਖਾਂਦੀ ਹੈ? ਪਲਕ ਨੇ ਕਿਹਾ ਕਿ ਜੇਕਰ ਤੁਹਾਨੂੰ ਖੁਸ਼ ਕਰਨ ਦੇ ਲਈ ਮੈਂ ਇਹ ਝੂਠ ਬੋਲ ਵੀ ਦੇਵਾਂ ਪਿਤਾ ਜੀ ਕਿ ਮੈਨੂੰ ਜੋ ਕੁਝ ਵੀ ਮਿਲਿਆ ਹੈ ਤੁਹਾਡੇ ਕਾਰਨ ਹੀ ਮਿਲਿਆ ਹੈ, ਤਾਂ ਮੇਰੇ ਝੂਠ ਬੋਲਣ ਦੇ ਨਾਲ ਝੂਠ ਸੱਚ ਵਿੱਚ ਨਹੀਂ ਬਦਲ ਜਾਵੇਗਾ। ਰਾਜਕੁਮਾਰੀ ਪਲਕ ਦੇ ਇਸ ਜਵਾਬ ਨੇ ਰਾਜਾ ਮਹਿੰਦਰ ਸਿੰਘ ਨੂੰ ਅੱਗ ਬਬੂਲਾ ਕਰ ਦਿੱਤਾ ਤੇ ਉਸਨੇ ਦਹਾੜ ਕੇ ਬਾਹਰ ਪਹਿਰੇ ਤੇ ਮੌਜੂਦ ਸੈਨਿਕਾਂ ਨੂੰ ਆਵਾਜ਼ ਦਿੱਤੀ। ਆਵਾਜ਼ ਸੁਣ ਕੇ ਸੈਨਿਕ ਭੱਜੇ ਆਏ। ਰਾਜੇ ਨੇ ਉਹਨਾਂ ਨੂੰ ਕਿਹਾ ਕਿ ਰਾਜਕੁਮਾਰੀ ਪਲਕ ਨੂੰ ਸਾਡੇ ਤੇਜ਼ੀ ਨਾਲ ਚੱਲਣ ਵਾਲੇ ਰੱਥ ਉੱਤੇ ਬਿਠਾ ਕੇ ਦੂਰ ਕਿਸੇ ਦੂਜੇ ਰਾਜ ਦੇ ਜੰਗਲ ਵਿੱਚ ਛੱਡ ਦਿਓ, ਜਿੱਥੋਂ ਕਦੇ ਇਹ ਚਾਹ ਕੇ ਵੀ ਵਾਪਸ ਨਾ ਆ ਸਕੇ। ਇਸ ਨੂੰ ਬਹੁਤ ਘਮੰਡ ਹੈ ਆਪਣੀ ਕਿਸਮਤ ਤੇ, ਤਾਂ ਅੱਜ ਤੋਂ ਇਹ ਆਪਣੀ ਕਿਸਮਤ ਦੇ ਕਾਰਨ ਜੰਗਲ ਵਿੱਚ ਭਟਕ ਕੇ ਭੁੱਖੀ ਮਰੇਗੀ। ਰਾਜਕੁਮਾਰੀ ਪਲਕ ਰੋਂਦੀ ਰਹੀ, ਪਰ ਰਾਜਾ ਮਹਿੰਦਰ ਸਿੰਘ ਨਹੀਂ ਪਿਘਲਿਆ ਤੇ ਰਾਜਸੀ ਆਗਿਆ ਟਾਲਣ ਦੀ ਹਿੰਮਤ ਕਿਸੇ ਸੈਨਿਕ ਵਿੱਚ ਨਹੀਂ ਸੀ। ਸੈਨਿਕ ਰਾਜਕੁਮਾਰੀ ਨੂੰ ਦੂਰ ਕਿਸੇ ਦੂਜੇ ਰਾਜ ਦੇ ਜੰਗਲ ਵਿੱਚ ਛੱਡ ਆਏ ਤੇ ਆਪਣੇ ਹੰਕਾਰ ਵਿੱਚ ਚੂਰ ਰਾਜਾ ਮਹਿੰਦਰ ਸਿੰਘ ਦੀ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਚੱਲਣ ਲੱਗੀ। ਪਰ ਉਧਰ ਰਾਜਕੁਮਾਰੀ ਪਲਕ ਉੱਤੇ ਕੀ ਬੀਤੀ? ਉਹ ਭਟਕਦੀ ਤੇ ਭੁੱਖੀ ਪਿਆਸੀ ਇੱਕ ਵੱਡੇ ਰਸਤੇ ਤੇ ਪਹੁੰਚ ਗਈ, ਜਿੱਥੋਂ ਇੱਕ ਬਹੁਤ ਹੀ ਵਿਸ਼ਾਲ ਸ਼ਕਤੀਸ਼ਾਲੀ ਰਾਜ ਵਿਜੇਗੜ੍ਹ ਨਗਰ ਦਾ ਸੇਠ ਰਾਜਾ ਬਲਵੀਰ ਦਾਸ ਵਿਦੇਸ਼ਾਂ ਵਿੱਚ ਵਪਾਰ ਕਰਕੇ 50 ਸਾਲਾਂ ਬਾਅਦ ਆਪਣੇ ਕਾਫਲੇ ਦੇ ਨਾਲ ਆਪਣੇ ਪਿੰਡ ਵਿਜੇਗੜ੍ਹ ਵਾਪਸ ਆ ਰਿਹਾ ਸੀ। ਬਲਵੀਰ ਦਾਸ ਬਹੁਤ ਪ੍ਰਸੰਨ ਸੀ ਕਿ ਪੂਰੇ 50 ਸਾਲਾਂ ਬਾਅਦ ਉਹ ਆਪਣੀ ਪਤਨੀ ਤੇ ਆਪਣੀ ਇਕਲੌਤੀ ਬੇਟੀ ਨੂੰ ਮਿਲੇਗਾ। ਪਰ ਅਚਾਨਕ ਬਲਵੀਰ ਦਾਸ ਦੇ ਰੱਥ ਦੇ ਅੱਗੇ ਆ ਕੇ ਰਾਜਕੁਮਾਰੀ ਪਲਕ ਬੇਹੋਸ਼ ਹੋ ਕੇ ਡਿੱਗ ਪਈ ਤੇ ਬਲਵੀਰ ਦਾਸ ਦੇ ਸੇਵਕ ਚੁੱਕ ਕੇ ਪਲਕ ਨੂੰ ਬਲਵੀਰ ਦਾਸ ਦੇ ਕੋਲ ਲੈ ਕੇ ਆਏ
ਤੇ ਸੇਠ ਬਲਵੀਰ ਦਾਸ ਪਲਕ ਨੂੰ ਦੇਖ ਕੇ ਉਛਲ ਕੇ ਬੋਲਿਆ ਕਿ ਇਹ ਤਾਂ ਮੇਰੀ ਬੇਟੀ ਪਲਕ ਵਰਗੀ ਲੱਗ ਰਹੀ ਹੈ, ਪਰ ਇਹ ਇੱਥੇ ਕਿਉਂ ਭਟਕ ਰਹੀ ਹੈ? ਇਸਨੇ ਇੰਨੇ ਮੈਲੇ ਕੁਚਲੇ ਕੱਪੜੇ ਕਿਉਂ ਪਹਿਨੇ ਹੋਏ ਹਨ? ਸੇਠ ਬਲਵੀਰ ਦਾਸ ਪਲਕ ਨੂੰ ਆਪਣੇ ਨਾਲ ਲੈ ਕੇ ਵਿਜੇਗੜ੍ਹ ਆਪਣੀ ਸ਼ਾਨਦਾਰ ਕੋਠੀ ਵਿੱਚ ਪਹੁੰਚਿਆ ਤੇ ਉਸ ਦੀ ਪਤਨੀ ਸ਼ਿੰਦਰ ਕੌਰ ਉਸ ਦੇ ਨਾਲ ਇੱਕ ਲੜਕੀ ਨੂੰ ਦੇਖ ਕੇ ਥੋੜਾ ਹੈਰਾਨ ਹੋ ਕੇ ਬੋਲੀ ਕਿ ਤੁਸੀਂ ਇਹ ਕਿਸ ਨੂੰ ਆਪਣੇ ਨਾਲ ਲੈ ਆਏ ਹੋ? ਆਪਣੀ ਪਤਨੀ ਦੀ ਗੱਲ ਸੁਣ ਕੇ ਸੇਠ ਬਲਵੀਰ ਦਾਸ ਬੋਲਿਆ, ਪਰ ਮੈਨੂੰ ਤਾਂ ਇਹ ਲੜਕੀ ਸਾਡੀ ਬੇਟੀ ਪਲਕ ਵਰਗੀ ਲੱਗ ਰਹੀ ਹੈ। ਬੇਸ਼ੱਕ ਮੈਨੂੰ ਉਸ ਨੂੰ ਦੇਖੇ 5 ਸਾਲ ਹੋ ਗਏ ਹਨ, ਪਰ ਉਹੀ ਨੈਣ ਨਕਸ਼ ਬਿਲਕੁਲ ਵੈਸੀ ਹੀ ਲੱਗ ਰਹੀ ਹੈ। ਤਾਂ ਸੇਠਾਣੀ ਬੋਲੀ, ਪਰ ਸਾਡੀ ਬੇਟੀ ਤਾਂ 5 ਸਾਲ ਪਹਿਲਾਂ ਤੁਹਾਡੇ ਵਪਾਰ ਦੇ ਲਈ ਵਿਦੇਸ਼ ਨੂੰ ਰਵਾਨਾ ਹੁੰਦੇ ਹੀ 7 ਦਿਨਾਂ ਬਾਅਦ ਇੱਕ ਜ਼ਹਿਰੀਲੇ ਸੱਪ ਦੇ ਡੰਗ ਮਾਰਨ ਦੇ ਨਾਲ ਮਰ ਗਈ ਸੀ। ਆਪਣੀ ਬੇਟੀ ਦੀ ਅਕਾਲ ਮੌਤ ਦੀ ਖਬਰ ਸੁਣ ਕੇ ਸੇਠ ਬਲਵੀਰ ਦਾਸ ਦੁਖੀ ਤਾਂ ਬਹੁਤ ਹੋਇਆ, ਪਰ ਇਹ ਵੀ ਬਹੁਤ ਜ਼ਬਰਦਸਤ ਵਿਧੀ ਤੇ ਸੰਜੋਗ ਦਾ ਚਮਤਕਾਰ ਹੀ ਸੀ ਕਿ ਉਸ ਦੀ ਬੇਟੀ ਦਾ ਨਾਮ ਵੀ ਪਲਕ ਸੀ ਤੇ ਕੁਝ ਸ਼ਕਲ ਵੀ ਰਾਜਕੁਮਾਰੀ ਪਲਕ ਦੇ ਨਾਲ ਮਿਲਦੀ ਸੀ। ਤੇ ਸੇਠ ਬਲਵੀਰ ਦਾਸ ਦੀਆਂ ਦਾਸੀਆਂ ਰਾਜਕੁਮਾਰੀ ਪਲਕ ਨੂੰ ਹੋਸ਼ ਵਿੱਚ ਲੈ ਕੇ ਆਈਆਂ ਤੇ ਸੇਠ ਤੇ ਸੇਠਾਣੀ ਦੇ ਕਹਿਣ ਤੇ ਉਸ ਨੂੰ ਨਵਾ ਧਵਾ ਕੇ ਸੋਹਣੇ ਕੱਪੜੇ ਪਾ ਕੇ ਬਲਵੀਰ ਦਾਸ ਤੇ ਸ਼ਿੰਦਰ ਕੌਰ ਦੇ ਸਾਹਮਣੇ ਲੈ ਕੇ ਆਈਆਂ। ਤਾਂ ਰਾਜਕੁਮਾਰੀ ਪਲਕ ਨੂੰ ਦੇਖ ਕੇ ਸੇਠ ਤੇ ਸੇਠਾਣੀ ਦੋਵੇਂ ਹੱਕੇ ਬੱਕੇ ਰਹਿ ਗਏ। ਤੂੰ ਕੌਣ ਹੈ ਬੇਟੀ? ਤੂੰ ਤਾਂ ਬਿਲਕੁਲ ਮੇਰੀ ਬੇਟੀ ਪਲਕ ਵਰਗੀ ਲੱਗ ਰਹੀ ਹੈ, ਸੇਠ ਬਲਵੀਰ ਦਾਸ ਨੇ ਪੁੱਛਿਆ। ਜਦੋਂ ਪਲਕ ਨੇ ਆਪਣੀ ਸਾਰੀ ਆਪ ਬੀਤੀ ਦੱਸੀ ਤਾਂ ਸੇਠਾਣੀ ਸ਼ਿੰਦਰ ਕੌਰ ਸੇਠ ਬਲਵੀਰ ਦਾਸ ਨੂੰ ਬੋਲੀ ਕਿ ਸੁਣੋ ਜੀ, ਇਸ ਦਾ ਨਾਮ ਵੀ ਪਲਕ ਹੈ, ਬਿਲਕੁਲ ਸਾਡੀ ਸਵਰਗਵਾਸੀ ਬੇਟੀ ਪਲਕ ਵਰਗੀ ਲੱਗ ਰਹੀ ਹੈ, ਕਿਉਂ ਨਾ ਅਸੀਂ ਇਸ ਨੂੰ ਆਪਣੀ ਬੇਟੀ ਬਣਾ ਲਈਏ? ਤਾਂ ਸੇਠ ਨੇ ਕਿਹਾ, ਹਾਂ ਮੈਂ ਵੀ ਇਹੀ ਸੋਚ ਰਿਹਾ ਹਾਂ। ਤਾਂ ਉਸ ਦਿਨ ਤੋਂ ਰਾਜਕੁਮਾਰੀ ਸੇਠ ਬਲਵੀਰ ਦਾਸ ਦੇ ਘਰ ਉਸ ਦੀ ਬੇਟੀ ਬਣ ਕੇ ਰਹਿਣ ਲੱਗੀ। ਕਈ ਸਾਲ ਬੀਤ ਗਏ, ਪਲਕ ਵੱਡੀ ਹੋ ਕੇ ਬਹੁਤ ਹੀ ਖੂਬਸੂਰਤ ਲੜਕੀ ਬਣ ਗਈ ਤੇ ਉਨੀ ਦਿਨੀ ਵਿਜੇਗੜ੍ਹ ਦੇ ਰਾਜੇ ਵਿਜੇ ਸਿੰਘ ਨੇ ਆਪਣੇ ਬੇਟੇ ਗੁਰਵਿੰਦਰ ਸਿੰਘ ਦਾ ਰਾਜ ਤਿਲਕ ਕਰਕੇ ਉਸ ਨੂੰ ਵਿਜੇਗੜ੍ਹ ਦਾ ਰਾਜਾ ਬਣਾ ਦਿੱਤਾ। ਸਮਰਾਟ ਗੁਰਵਿੰਦਰ ਸਿੰਘ ਬਹੁਤ ਹੀ ਨਿਡਰ ਤੇ ਸਮਝਦਾਰ ਰਾਜਾ ਸੀ। ਉਸਨੇ ਆਪਣੇ ਰਾਜ ਦੇ ਵਿਸਥਾਰ ਦੇ ਲਈ ਆਪਣੇ ਆਸੇ-ਪਾਸੇ ਦੇ ਰਾਜਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਜਿੱਤ ਲਿਆ ਤੇ ਉਹਨਾਂ ਰਾਜਾਂ ਦੇ ਰਾਜਿਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ। ਤੇ ਫਿਰ ਇੱਕ ਦਿਨ ਵਿਜੇਗੜ੍ਹ ਦੀ ਜਨਤਾ ਨੂੰ ਆਪਣੇ ਦਰਸ਼ਨ ਦੇਣ ਦੇ ਲਈ ਰਾਜਾ ਗੁਰਵਿੰਦਰ ਸਿੰਘ ਨੇ ਸੜਕਾਂ ਤੇ ਆਪਣੀ ਵਿਸ਼ਾਲ ਰੱਥ ਯਾਤਰਾ ਕੱਢੀ, ਜਿਸ ਦੇ ਨਾਲ ਸਾਰੇ ਰਾਜਵਾਸੀ ਉਸ ਦੇ ਦਰਸ਼ਨ ਕਰ ਸਕਣ। ਜਦੋਂ ਰਾਜਾ ਗੁਰਵਿੰਦਰ ਸਿੰਘ ਦੀ ਸਵਾਰੀ ਸੇਠ ਬਲਵੀਰ ਦਾਸ ਦੀ ਕੋਠੀ ਦੇ ਸਾਹਮਣੇ ਤੋਂ ਗੁਜ਼ਰੀ ਤਾਂ ਉਸ ਸਮੇਂ ਰਾਜਕੁਮਾਰੀ ਪਲਕ ਕੋਠੇ ਦੀ ਛੱਤ ਤੇ ਖੜ ਕੇ ਸੜਕ ਵੱਲ ਝਾਕਦੇ ਹੋਏ ਆਪਣੇ ਲੰਬੇ ਤੇ ਖੂਬਸੂਰਤ ਵਾਲਾਂ ਨੂੰ ਸਵਾਰ ਰਹੀ ਸੀ। ਅਚਾਨਕ ਹੀ ਰਾਜੇ ਗੁਰਵਿੰਦਰ ਸਿੰਘ ਦੀ ਨਜ਼ਰ ਉਸ ਉੱਪਰ ਪਈ ਤੇ ਰਾਜਕੁਮਾਰੀ ਨੂੰ ਦੇਖਦੇ ਹੀ ਉਸ ਦੀ ਸੁੰਦਰਤਾ ਤੇ ਮੋਹਿਤ ਹੋ ਗਿਆ ਤੇ ਫਿਰ ਉਸਨੇ ਆਪਣੇ ਮਹਾਮੰਤਰੀ ਨੂੰ ਪਲਕ ਦੇ ਨਾਲ ਵਿਆਹ ਦੇ ਲਈ ਸੇਠ ਬਲਵੀਰ ਦਾਸ ਦੇ ਘਰ ਭੇਜਿਆ। ਸੇਠ ਬਲਵੀਰ ਦਾਸ ਤੇ ਮਾਤਾ ਸ਼ਿੰਦਰ ਕੌਰ ਦੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਸੀ ਕਿ ਖੁਦ ਰਾਜਾ ਗੁਰਵਿੰਦਰ ਸਿੰਘ ਉਹਨਾਂ ਦੀ ਬੇਟੀ ਦੇ ਨਾਲ ਵਿਆਹ ਕਰਨਾ ਚਾਹੁੰਦੇ ਸੀ। ਤੇ ਫਿਰ ਸ਼ੁਭ ਮਹੂਰਤ ਦੇਖ ਕੇ ਰਾਜਾ ਗੁਰਵਿੰਦਰ ਸਿੰਘ ਤੇ ਪਲਕ ਦਾ ਵਿਆਹ ਕਰ ਦਿੱਤਾ ਗਿਆ। ਤੇ ਫਿਰ 1 ਸਾਲ ਬਾਅਦ ਪਲਕ ਇੱਕ ਬਹੁਤ ਹੀ ਸੁੰਦਰ ਗੁੱਡੇ ਵਰਗੇ ਬੇਟੇ ਦੀ ਮਾਂ ਬਣੀ। ਤਾਂ ਫਿਰ ਰਾਜਾ ਗੁਰਵਿੰਦਰ ਸਿੰਘ ਨੇ ਪਲਕ ਨੂੰ ਕਿਹਾ ਕਿ ਰਾਣੀ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਦਾਸ ਦਾਸੀਆਂ ਤੇ ਕੈਦਖਾਨੇ ਵਿੱਚ ਬੰਦ ਕੈਦੀਆਂ ਨੂੰ ਸਾਡੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਮਠਿਆਈਆਂ ਤੇ ਕੱਪੜੇ ਵੰਡੋ ਤੇ ਉਹਨਾਂ ਸਾਰਿਆਂ ਤੋਂ ਸਾਡੇ ਬੇਟੇ ਦੀ ਸੁਖਮਈ ਜ਼ਿੰਦਗੀ ਦੇ ਲਈ ਆਸ਼ੀਰਵਾਦ ਲਵੋ। ਜਦੋਂ ਰਾਣੀ ਪਲਕ ਮਠਿਆਈਆਂ ਤੇ ਕੱਪੜੇ ਵੰਡਣ ਦੇ ਲਈ ਕੈਦਖਾਨੇ ਵਿੱਚ ਗਈ ਤਾਂ ਉੱਥੇ ਆਪਣੇ ਪਰਿਵਾਰ ਵਾਲੇ ਸਾਰੇ ਮੈਂਬਰ ਮਾਤਾ ਪਿਤਾ ਭੈਣਾਂ ਨੂੰ ਦੇਖ ਕੇ ਦੰਗ ਰਹਿ ਗਈ। ਰਾਜਾ ਮਹਿੰਦਰ ਸਿੰਘ, ਰਾਣੀ ਸ਼ੀਲਾ, ਰਾਜਕੁਮਾਰੀ ਪਲਕ ਦੀਆਂ ਭੈਣਾਂ ਉਹਨਾਂ ਨੂੰ ਨਹੀਂ ਪਹਿਚਾਣ ਸਕੀਆਂ, ਪਰ ਰਾਜਕੁਮਾਰੀ ਪਲਕ ਨੇ ਉਹਨਾਂ ਨੂੰ ਪਹਿਚਾਣ ਲਿਆ। ਪਰ ਉਸਨੇ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਇਹ ਨਹੀਂ ਕਿਹਾ ਕਿ ਮੈਂ ਉਹੀ ਪਲਕ ਹਾਂ ਜਿਸ ਨੂੰ ਉਸਦੇ ਪਿਤਾ ਨੇ ਹੰਕਾਰ ਵਿੱਚ ਆ ਕੇ ਘਰੋਂ ਕੱਢ ਦਿੱਤਾ ਸੀ। ਤੇ ਫਿਰ ਰਾਣੀ ਪਲਕ ਨੇ ਰਾਜਾ ਗੁਰਵਿੰਦਰ ਸਿੰਘ ਦੇ ਕੋਲ ਜਾ ਕੇ ਕਿਹਾ ਕਿ ਮੈਂ ਚਾਹੁੰਦੀ ਹਾਂ ਤੁਸੀਂ ਸਾਡੇ ਬੇਟੇ ਦੇ ਜਨਮ ਦੀ ਖੁਸ਼ੀ ਵਿੱਚ ਸਾਰੇ ਕੈਦੀਆਂ ਨੂੰ ਰਿਹਾ ਕਰ ਦਿਓ। ਜੋ ਹੁਕਮ ਮੇਰੇ ਆਕਾ, ਰਾਜਾ ਗੁਰਵਿੰਦਰ ਸਿੰਘ ਨੇ ਪਿਆਰ ਦੇ ਨਾਲ ਰਾਣੀ ਪਲਕ ਨੂੰ ਕਿਹਾ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ, ਰਾਣੀ ਪਲਕ ਨੇ ਕਿਹਾ ਕਿ ਤੁਹਾਡੇ ਕੈਦਖਾਨੇ ਵਿੱਚ ਕੈਦ ਮਹਿੰਦਰਗੜ੍ਹ ਦੇ ਰਾਜਾ ਮਹਿੰਦਰ ਸਿੰਘ ਤੇ ਰਾਣੀ ਸ਼ੀਲਾ ਮੇਰੇ ਵਾਸਤਵਿਕ ਮਾਤਾ ਪਿਤਾ ਹਨ। ਤੁਸੀਂ ਉਹਨਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਆਜ਼ਾਦ ਕਰਨ ਦੇ ਨਾਲ ਨਾਲ ਉਹਨਾਂ ਦਾ ਰਾਜ ਵੀ ਵਾਪਸ ਕਰ ਦਿਓ। ਰਾਣੀ ਪਲਕ ਨੇ ਰਾਜਾ ਗੁਰਵਿੰਦਰ ਸਿੰਘ ਨੂੰ ਇਹ ਵੀ ਦੱਸਿਆ ਕਿ ਕਿਵੇਂ ਉਸਦੇ ਪਿਤਾ ਨੇ ਹੰਕਾਰ ਵਿੱਚ ਆ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਤੇ ਫਿਰ ਕਿਸਮਤ ਨੇ ਕਿਵੇਂ ਉਸ ਨੂੰ ਧਰਮ ਪਿਤਾ ਦੇ ਰੂਪ ਵਿੱਚ ਸੇਠ ਬਲਵੀਰ ਦਾਸ ਤੇ ਮਾਤਾ ਸ਼ਿੰਦਰ ਕੌਰ ਦਿੱਤੇ ਤੇ ਸੇਠ ਤੇ ਸੇਠਾਣੀ ਨੇ ਉਸ ਨੂੰ ਕਿਵੇਂ ਆਪਣੀ ਸਕੀ ਬੇਟੀ ਦੀ ਤਰ੍ਹਾਂ ਪਾਲ ਪੋਸ ਕੇ ਵੱਡਾ ਕੀਤਾ ਹੈ। ਸਭ ਕੁਝ ਜਾਣ ਕੇ ਰਾਜੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਰਾਣੀ, ਤੇਰਾ ਦਿਲ ਬਹੁਤ ਵੱਡਾ ਹੈ। ਰਾਜੇ ਮਹਿੰਦਰ ਸਿੰਘ ਨੇ ਤੇਰੇ ਨਾਲ ਜੋ ਕੀਤਾ ਉਸ ਦੇ ਲਈ ਮੈਨੂੰ ਉਸ ਉੱਤੇ ਤਰਸ ਖਾਣਾ ਸਹੀ ਤਾਂ ਨਹੀਂ ਲੱਗਦਾ, ਪਰ ਮੈਂ ਤੇਰੀ ਇੱਛਾ ਦਾ ਸਨਮਾਨ ਕਰਦਾ ਹਾਂ। ਸਾਰੇ ਕੈਦੀਆਂ ਦੇ ਨਾਲ ਉਹਨਾਂ ਨੂੰ ਵੀ ਆਜ਼ਾਦ ਕਰ ਦਿੰਦਾ ਹਾਂ ਤੇ ਉਹਨਾਂ ਦਾ ਜਿੱਤਿਆ ਹੋਇਆ ਰਾਜ ਵੀ ਉਹਨਾਂ ਨੂੰ ਵਾਪਸ ਕਰ ਦਿੰਦਾ ਹਾਂ। ਰਾਜਾ ਗੁਰਵਿੰਦਰ ਸਿੰਘ ਆਪਣੀ ਪਤਨੀ ਪਲਕ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਸ ਦਾ ਕਹਿਣਾ ਮੋੜ ਨਾ ਸਕਿਆ। ਉਸਨੇ ਰਾਜੇ ਮਹਿੰਦਰ ਸਿੰਘ ਨੂੰ ਆਜ਼ਾਦ ਕਰ ਦਿੱਤਾ ਤੇ ਨਾਲੇ ਉਸ ਦਾ ਰਾਜ ਵੀ ਉਸ ਨੂੰ ਵਾਪਸ ਕਰ ਦਿੱਤਾ। ਆਪਣੇ ਪਰਿਵਾਰ ਨੂੰ ਰਿਹਾ ਕਰਕੇ ਵਾਪਸ ਆਪਣੇ ਰਾਜ ਵਿੱਚ ਜਾਂਦੇ ਹੋਏ ਰਾਣੀ ਪਲਕ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ, ਤੁਸੀਂ ਸ਼ਾਇਦ ਮੈਨੂੰ ਪਹਿਚਾਣਿਆ ਨਹੀਂ, ਮੈਂ ਤੁਹਾਡੀ ਠੁਕਰਾਈ ਹੋਈ ਬੇਟੀ ਪਲਕ ਹਾਂ। ਦੇਖੋ, ਮੇਰੀ ਕਿਸਮਤ ਨੇ ਅੱਜ ਵੀ ਮੈਨੂੰ ਸਾਰੇ ਸੁੱਖ ਪ੍ਰਦਾਨ ਕਰ ਰੱਖੇ ਹਨ ਤੇ ਤੁਸੀਂ ਵੀ ਬੇਸ਼ੱਕ ਮੇਰੇ ਕਾਰਨ ਹੀ ਆਪਣਾ ਪੁਰਾਣਾ ਸੁੱਖ ਭੋਗਣ ਜਾ ਰਹੇ ਹੋ।
ਤੇ ਜ਼ਰਾ ਦੱਸੋ ਤਾਂ ਸਹੀ, ਇਹ ਸਭ ਕਿਸ ਦੇ ਕਾਰਨ ਹੋ ਰਿਹਾ ਹੈ? ਇਸ ਦੇ ਪਿੱਛੇ ਕਿਸ ਦੀ ਕਿਸਮਤ ਹੈ? ਮੇਰੀ ਕਿਸਮਤ ਹੈ? ਨਹੀਂ ਨਹੀਂ, ਤੇਰੀ ਕਿਸਮਤ ਹੈ। ਰਾਜਾ ਮਹਿੰਦਰ ਸਿੰਘ ਹੜਬੜਾ ਕੇ ਬੋਲਿਆ। ਪਿਤਾ ਦਾ ਜਵਾਬ ਸੁਣ ਰਾਣੀ ਪਲਕ ਹੱਸ ਕੇ ਬੋਲੀ ਕਿ ਪਿਤਾ ਜੀ, ਉਹ ਅਕਾਲ ਪੁਰਖ ਵਾਹਿਗੁਰੂ ਹਰੇਕ ਦੀ ਕਿਸਮਤ ਅਲੱਗ-ਅਲੱਗ ਲਿਖਦਾ ਹੈ ਤੇ ਸਾਰਿਆਂ ਦੀ ਕਿਸਮਤ ਦਾ ਬਟਵਾਰਾ ਉਹੀ ਕਰਦਾ ਹੈ। ਤੁਸੀਂ ਮੇਰੇ ਪਤੀ ਦੀ ਕੈਦ ਵਿੱਚ ਹੁਣ ਤੱਕ ਜੋ ਭੋਗਿਆ ਉਹ ਤੁਹਾਡੀ ਕਿਸਮਤ ਸੀ, ਤੇ ਜਦੋਂ ਤੁਸੀਂ ਮੈਨੂੰ ਆਪਣੇ ਰਾਜ ਵਿੱਚੋਂ ਹੰਕਾਰ ਵਿੱਚ ਆ ਕੇ ਬਾਹਰ ਕੱਢ ਦਿੱਤਾ ਸੀ, ਉਹ ਮੇਰੀ ਕਿਸਮਤ ਸੀ। ਇਸ ਸੰਸਾਰ ਵਿੱਚ ਕੋਈ ਕਿਸੇ ਦੇ ਹਿੱਸੇ ਦਾ ਦਾਣਾ ਪਾਣੀ ਨਹੀਂ ਚੁੱਕ ਸਕਦਾ। ਸਾਰੇ ਆਪਣੀ ਆਪਣੀ ਕਿਸਮਤ ਦਾ ਹੀ ਦਾਣਾ ਪਾਣੀ ਖਾਂਦੇ ਹਨ। ਰਾਣੀ ਪਲਕ ਨੂੰ ਉਸ ਦੀ ਮਾਂ ਸ਼ੀਲਾ ਤੇ ਉਸ ਦੀਆਂ ਸਾਰੀਆਂ ਭੈਣਾਂ ਕਈ ਸਾਲਾਂ ਬਾਅਦ ਮਿਲ ਕੇ ਲਿਪਟ ਕੇ ਰੋ ਰਹੀਆਂ ਸਨ ਤੇ ਉਸ ਦਾ ਪਿਤਾ ਮਹਿੰਦਰ ਸਿੰਘ ਸਿਰ ਝੁਕਾ ਕੇ ਰੋ ਰਿਹਾ ਸੀ ਤੇ ਆਪਣੀ ਬੇਟੀ ਦੇ ਪ੍ਰਤੀ ਕੀਤੀ ਗਈ ਨਾਇਨਸਾਫੀ ਦੀ ਸ਼ਰਮਿੰਦਗੀ ਉਸ ਦੇ ਚਿਹਰੇ ਉੱਤੇ ਸਾਫ਼ ਨਜ਼ਰ ਆ ਰਹੀ ਸੀ। ਦੋਸਤੋ, ਇਸ ਦੁਨੀਆ ਵਿੱਚ ਹਰ ਕੋਈ ਆਪਣੀ ਕਿਸਮਤ ਦਾ ਹੀ ਦਾਣਾ ਪਾਣੀ ਚੁੱਕਦਾ ਹੈ। ਜੇਕਰ ਕਿਸਮਤ ਤੇਜ਼ ਹੋਵੇ ਤਾਂ ਦਾਸੀ ਵੀ ਰਾਣੀ ਬਣ ਜਾਂਦੀ ਹੈ ਤੇ ਜੇਕਰ ਕਿਸਮਤ ਠੋਕਰ ਮਾਰੇ ਤਾਂ ਰਾਜਾ ਵੀ ਕੈਦੀ ਬਣ ਜਾਂਦਾ ਹੈ। ਸੋ ਦੋਸਤੋ, ਵਰਿਆਂ ਦੇ ਤੂੰ ਖਾਬ ਸਜਾਉਣਾ ਹੈ, ਅਗਲੇ ਪਲ ਦੀ ਖਬਰ ਨਹੀਂ ਹੋ। ਦੁਨੀਆ ਆਪਣੀ ਕਰਨੀ ਚਾਹੁੰਦਾ ਹੈ, ਭੋਰਾ ਤੈਨੂੰ ਸਬਰ ਨਹੀਂ ਹੋ। ਮਹਿਲ ਮੁਨਾਰੇ ਚੇਤੇ ਤੈਨੂੰ, ਚੇਤੇ ਆਪਣੀ ਕਬਰ ਨਹੀਂ ਹੋ। ਹੱਕ ਦੀ ਅੱਧੀ ਖਾ ਲਈਏ, ਪੂਰੀ ਲਈ ਕਰੀਏ ਜ਼ਬਰ ਨਹੀਂ ਹੋ। ਦਾਣਾ ਪਾਣੀ ਲੇਖੋ ਵੱਧ ਨਾ ਮਿਲੇ, ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਲੇ। ਦਾਣਾ ਪਾਣੀ ਕੈਸੀ ਹੈ ਖੁਮਾਰੀ, ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ। ਸੋ ਦੋਸਤੋ, ਇੱਥੇ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।